ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਮਸੀਹ ਜੀ ਦੇ ਜਲਾਲੀ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਲਾਮ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਬੜੀ ਦਿਲਚਸਪੀ ਦੇ ਨਾਲ ਵੇਖਦੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਦਾ ਆਤਮਿਕ ਲਾਭ ਵੀ ਮਿਲ ਰਿਹਾ ਹੋਵੇਗਾ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 2 ਅਧਿਆਏ ਦੀ 41 ਆਇਤ ਤੋਂ ਲੈ ਕੇ 49 ਆਇਤ ਤੱਕ ਦੇ ਵਚਨਾਂ ਨੂੰ ਵੇਖਿਆ ਸੀ। ਅਸੀਂ ਰਾਜੇ ਨਬੂਕਦਨੇਸਰ ਦੇ ਸੁਪਨੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਰਾਜੇ ਦਾ ਸੁਪਨਾ ਉਸਦੇ ਰਾਜ ਤੋਂ ਸੰਬੰਧਿਤ ਸੀ, ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਕਈ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਣ ਵਾਲਾ ਸੀ। ਅਸਲ ਦੇ ਵਿੱਚ ਪਰਮੇਸ਼ਵਰ ਰਾਜਾ ਨਬੂਕਦਨੇਸਰ ਦਾ ਸੁਪਨਾ ਉਸਦੇ ਰਾਜ ਦੀ ਗਿਰਾਵਟ ਦੇ ਪ੍ਰਤੀ ਪਰਮੇਸ਼ਵਰ ਦੀ ਭਵਿੱਖਬਾਣੀ ਸੀ, ਜਿਸ ਦਾ ਅਰਥ ਦਾਨੀਏਲ ਨਬੀ ਨੇ ਉਹਨੂੰ ਦੱਸਿਆ। ਸਾਡਾ ਅੱਜ ਦਾ ਵਿਸ਼ਾ ਪ੍ਰਭੂ ਯਿਸੂ ਜੀ ਦੇ ਆਉਣ ਬਾਰੇ ਹੈ। ਅਧਿਐਨ ਦੇ ਲਈ ਸਾਡੇ ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੋਵੇਗੀ। ਆਉਣ ਵਾਲਾ ਰਾਜਾ, ਇਸ ਦੇ ਵਿੱਚ ਅਸੀਂ ਜਿਹੜੀਆਂ ਗੱਲਾਂ ਨੂੰ ਵੇਖਾਂਗੇ ਉਹ ਹਨ: ਮਾਰਿਆ ਗਿਆ ਪੱਥਰ, ਠੇਡਾ ਖਾਣ ਦਾ ਪੱਥਰ, ਵਿਸ਼ੇਸ਼ ਪੱਥਰ, ਟੋਟੇ ਕਰਨ ਵਾਲਾ ਪੱਥਰ। ਆਉਣ ਵਾਲਾ ਰਾਜ, ਇਸ ਦੇ ਵਿੱਚ ਅਸੀਂ ਇੱਕ ਅਲੌਕਿਕ ਰਾਜ, ਇੱਕ ਅਚਾਨਕ ਰਾਜ, ਇੱਕ ਕਠੋਰ ਰਾਜ, ਇੱਕ ਸਰਵੋੱਚ ਰਾਜ, ਇੱਕ ਸਫਲ ਰਾਜ ਦੇ ਬਾਰੇ ਗੌਰ ਕਰਾਂਗੇ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ? ਤਾਂ ਫਿਰ ਆਓ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਆਉਣ ਵਾਲਾ ਰਾਜਾ। ਭਾਗ ਊੜਾ, ਮਾਰਿਆ ਗਿਆ ਪੱਥਰ। ਭਾਗ ਐੜਾ, ਠੇਡਾ ਖਾਣ ਦਾ ਪੱਥਰ। ਭਾਗ ਈੜੀ, ਵਿਸ਼ੇਸ਼ ਪੱਥਰ। ਭਾਗ ਸੱਸਾ, ਟੋਟੇ ਕਰਨ ਵਾਲਾ ਪੱਥਰ। ਨੰਬਰ 2, ਆਉਣ ਵਾਲਾ ਰਾਜ। ਭਾਗ ਊੜਾ, ਇੱਕ ਅਲੌਕਿਕ ਰਾਜ। ਭਾਗ ਐੜਾ, ਇੱਕ ਅਚਾਨਕ ਰਾਜ। ਭਾਗ ਈੜੀ, ਇੱਕ ਕਠੋਰ ਰਾਜ। ਭਾਗ ਸੱਸਾ, ਇੱਕ ਸਰਬ ਉੱਚ ਰਾਜ। ਭਾਗ ਹਾਹਾ, ਇੱਕ ਸਫਲ ਰਾਜ। ਮਹਾਨ ਨਪੋਲੀਅਨ ਬੋਨਾਪਾਰਟ ਨੇ ਮਰਨ ਦੇ ਵਕਤ ਆਖਿਆ ਸੀ, ਮੈਂ ਜਲਦ ਹੀ ਕਬਰ ਵਿੱਚ ਚਲਾ ਜਾਵਾਂਗਾ। ਮਹਾਨ ਮਨੁੱਖਾਂ ਦਾ ਮਤ ਇਹੋ ਜਿਹਾ ਹੀ ਹੁੰਦਾ ਹੈ। ਇਸੇ ਤਰ੍ਹਾਂ ਕੈਸਰਾ ਅਤੇ ਸਿਕੰਦਰ ਨਾਲ ਹੋਇਆ ਸੀ। ਅਤੇ ਮੈਂ ਵੀ ਭੁਲਾ ਦਿੱਤਾ ਜਾਵਾਂਗਾ ਅਤੇ ਫਤਿਹ ਪਾਉਣ ਵਾਲਾ ਅਤੇ ਸ਼ਾਸਕ ਇੱਕ ਕਾਲਜ ਦਾ ਮੁੱਖ ਵਿਸ਼ਾ ਬਣ ਕੇ ਰਹਿ ਜਾਵੇਗਾ। ਮੇਰੀਆਂ ਜਿੱਤਾਂ ਸਿੱਖਿਆ ਦੇਣ ਵਾਲਿਆਂ ਵੱਲੋਂ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਕੰਮ ਬਣ ਕੇ ਰਹਿ ਜਾਵੇਗਾ। ਮੈਂ ਆਪਣੇ ਸਮੇਂ ਤੋਂ ਪਹਿਲਾਂ ਮਰਦਾ ਹਾਂ ਅਤੇ ਮੇਰੀ ਮੁਰਦਾ ਦੇਹ ਜ਼ਰੂਰ ਹੀ ਧਰਤੀ ਵਿੱਚ ਮਿਲ ਜਾਵੇਗੀ ਅਤੇ ਕੀੜਿਆਂ ਦਾ ਭੋਜਨ ਬਣ ਜਾਵੇਗੀ। ਵੇਖੋ, ਹੁਣ ਦੀ ਤਸਵੀਰ ਨੇੜੇ ਹੈ, ਜਿਸ ਨੂੰ ਮਹਾਨ ਨਪੋਲੀਅਨ ਕਰਕੇ ਆਖਿਆ ਗਿਆ ਸੀ। ਮੇਰੇ ਸੰਖੇਪ ਅਤੇ ਮਸੀਹ ਦੇ ਅਬਦੀ ਰਾਜ ਵਿਚਕਾਰ ਕਿੰਨੀ ਵੱਡੀ ਖਾਈ ਪਾਈ ਜਾਂਦੀ ਹੈ, ਜਿਸ ਦਾ ਪ੍ਰਚਾਰ ਕੀਤਾ ਜਾਂਦਾ, ਪਿਆਰ ਕੀਤਾ ਜਾਂਦਾ ਅਤੇ ਉੱਚਾ ਚੁੱਕਿਆ ਗਿਆ ਹੈ, ਅਤੇ ਜਿਸ ਦੀ ਪਾਤਸ਼ਾਹੀ ਸਾਰੀ ਧਰਤੀ ਦੇ ਬੰਨਿਆਂ ਤੱਕ ਫੈਲੀ ਹੋਈ ਹੈ। ਹੁਣ ਜੇਕਰ ਨਪੋਲੀਅਨ ਨੇ ਦਾਨੀਏਲ ਦੀ ਪੁਸਤਕ ਦਾ 2 ਅਧਿਆਇ ਪੜ੍ਹਿਆ ਹੁੰਦਾ, ਤਦੋਂ ਉਹ ਆਪਣੇ ਲਈ ਇੱਕ ਅਜਾਈ ਬਿਤਾਏ ਜੀਵਨ ਅਤੇ ਨਿਰਾਸ਼ ਮੌਤ ਤੋਂ ਬਚ ਸਕਦਾ ਸੀ, ਕਿਉਂਕਿ ਦਾਨੀਏਲ 2 ਅਧਿਆਇ ਬਹੁਤ ਸਪਸ਼ਟ ਤੌਰ ਤੇ ਸਾਨੂੰ ਸਿਖਾਉਂਦਾ ਹੈ। ਇੱਕ ਚੀਜ਼ ਹੈ ਜੋ ਨਿਸ਼ਚਿੰਤ ਹੈ, ਅਤੇ ਉਹ ਇਹ ਹੈ, ਇਸ ਜਗਤ ਦੀਆਂ ਪਾਤਸ਼ਾਹੀਆਂ ਜਾਂਦੀਆਂ ਰਹਿਣਗੀਆਂ ਅਤੇ ਮਸੀਹ ਦੀ ਪਾਤਸ਼ਾਹੀ ਇੱਕੋ ਇੱਕ ਆਸ ਹੈ, ਜੋ ਅਬਦੀ, ਵਿਸ਼ਵਵਿਆਪੀ ਅਤੇ ਕਾਮਯਾਬ ਪਾਤਸ਼ਾਹੀ ਦਾ ਆਸ ਹੈ। ਹੁਣ ਉਹ ਪਾਤਸ਼ਾਹੀ ਜੋ ਇਸ ਦੀ ਭੌਤਿਕ ਅਸਲੀਅਤ ਵਿੱਚ ਭਵਿੱਖ ਵਿੱਚ ਜਾਣੀ ਜਾਂਦੀ ਹੈ, ਉਹ ਪਹਿਲਾਂ ਹੀ ਸਾਡੇ ਦਿਲਾਂ ਦੇ ਅੰਦਰ ਕਾਰਜਸ਼ੀਲ ਹੈ। ਯਿਸੂ ਮਸੀਹ ਨੇ ਸਾਡੇ ਅੰਦਰ ਆਪਣੀ ਪਾਤਸ਼ਾਹੀ ਸਥਾਪਿਤ ਕੀਤੀ ਹੈ। ਪਰ ਇੱਕ ਦਿਨ ਉਹ ਜੋ ਸਾਡੇ ਅੰਦਰ ਸੱਚ ਹੈ, ਉਹ ਅਸਲੀਅਤ ਵਿੱਚ ਸੱਚ ਹੋਣ ਜਾ ਰਿਹਾ ਹੈ। ਠੀਕ ਜਿਸ ਤਰ੍ਹਾਂ ਇਸ ਵਚਨ ਦੇ ਭਾਗ ਵਿੱਚ ਹੋਰ ਪਾਤਸ਼ਾਹੀਆਂ ਦਾ ਜ਼ਿਕਰ ਕੀਤਾ ਗਿਆ ਹੈ, ਅਤੇ ਉਹ ਸੱਚਮੁੱਚ ਭੌਤਿਕ ਤੌਰ ਤੇ ਸਮੁੱਚੇ ਵਿਸ਼ਵ ਉੱਤੇ ਰਾਜ ਕਰੇਗਾ। ਜਦੋਂ ਉਹ ਪਾਤਸ਼ਾਹੀ ਆਵੇਗੀ, ਤਦ ਇਹ ਉਸ ਨਾਲੋਂ ਇੱਕ ਭਿੰਨ ਕਹਾਣੀ ਹੋਣ ਜਾ ਰਹੀ ਹੈ, ਜੋ ਅੱਜ ਅਸੀਂ ਸੁਣਦੇ ਹਾਂ। ਇਸ ਹਫ਼ਤੇ ਮੈਂ ਇੱਕ ਕਹਾਣੀ ਵਿੱਚ ਪੜ੍ਹ ਰਿਹਾ ਹਾਂ। ਸੋਚੋ ਕਿ ਇਹ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਇਸ ਜਗਤ ਦੀਆਂ ਪਾਤਸ਼ਾਹੀਆਂ ਮਸੀਹ ਵੱਲੋਂ ਹਿੰਸਕ ਰਵੱਈਆ ਅਪਣਾ ਰਹੀਆਂ ਹਨ
ਮੈਂ ਤਾਂ ਬਸ ਇਹੋ ਹੀ ਚਾਹੁੰਦਾ ਹਾਂ ਕਿ ਜੇਕਰ ਆਪ ਇਹ ਸੋਚਦੇ ਹੋ ਕਿ ਸਾਡੇ ਉੱਤੇ ਅੱਡੀ ਟਿਕਾਈ ਜਾ ਚੁੱਕੀ ਹੈ, ਤਦ ਇਹਨਾਂ ਦਿਨਾਂ ਵਿੱਚ ਇੱਕ ਦਿਨ ਇਹ ਸਭ ਬਦਲਣ ਜਾ ਰਿਹਾ ਹੈ। ਸਾਰੀ ਦੁਨੀਆ ਮੂਰਤੀ ਪੂਜਕ ਅਤੇ ਸਹਿਮ ਇੱਛਕ ਹੈ। ਇਹ ਪਾਪਮਾਈ ਨਾ ਬਰਦਾਸ਼ਤ ਕਰਨ ਲਈ ਪਰਮੇਸ਼ਰ ਦੀ ਵਿਰੋਧੀ ਨਿੰਦਿਆ ਕਰਨ ਵਾਲੀ ਅਤੇ ਨਾ ਸੁਧਾਰ ਕੀਤੀ ਜਾਣ ਵਜੋਂ ਭ੍ਰਸ਼ਟ ਹੈ। ਇਸ ਦੁਸ਼ਟ ਜਗਤ ਨੇ ਹਮੇਸ਼ਾ ਹੀ ਪਰਮੇਸ਼ਰ ਦਾ ਵਿਰੋਧ, ਮਸੀਹ ਦਾ ਅਪਮਾਨ ਅਤੇ ਉਸ ਦੇ ਇਖਤਿਆਰਾਂ ਤੋਂ ਇਨਕਾਰ, ਉਸ ਦੇ ਹਾਬਲਾਂ ਨੂੰ ਡੰਡੇ ਮਾਰੇ ਅਤੇ ਉਸ ਦੇ ਇਜ਼ਹਾਕਾਂ ਦਾ ਠੱਠਾ ਉਡਾਇਆ। ਉਸ ਦੇ ਸੰਤਾਂ ਉੱਤੇ ਹੱਲਾ ਬੋਲਿਆ ਅਤੇ ਉਹਨਾਂ ਉੱਤੇ ਪਥਰਾਓ ਕੀਤਾ। ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ। ਉਸ ਦੇ ਪਵਿੱਤਰ ਜਵਾਨਾਂ ਨੂੰ ਭਿੰਨ-ਭਿੰਨ ਘੂਰਿਆਂ ਵਿੱਚ ਸੁੱਟਿਆ ਅਤੇ ਉਸ ਦੇ ਲੋਕਾਂ ਦੇ ਸਿਰ ਕਲਮ ਕੀਤੇ ਗਏ ਸਨ। ਇਸ ਨੇ ਉਸ ਦੇ ਸੰਤਾਂ ਦਾ ਕਤਲ ਕੀਤਾ ਅਤੇ ਉਹਨਾਂ ਨੂੰ ਤਲਵਾਰ ਨਾਲ ਮਰਵਾਇਆ। ਪਰ ਪਰਮੇਸ਼ਰ ਦਾ ਧੰਨਵਾਦ ਹੋਵੇ, ਇੱਕ ਦਿਨ ਜੋ ਕਿ ਜਲਦੀ ਹੀ ਚੜ੍ਹਨ ਵਾਲਾ ਹੈ, ਉਹ ਵਿਨਾਸ਼ ਕਰਨ ਵਾਲਾ ਪੱਥਰ ਉਤਰੇਗਾ ਅਤੇ ਇਸ ਜਗਤ ਦੀਆਂ ਸਰਕਾਰਾਂ ਅਤੇ ਵਿਸ਼ਵ ਸ਼ਾਸਨਾਂ ਦਾ ਨਾਸ਼ ਕਰਕੇ ਉਹਨਾਂ ਨੂੰ ਟੋਟੇ-ਟੋਟੇ ਕਰੇਗਾ ਅਤੇ ਪੀ ਕੇ ਉਹਨਾਂ ਨੂੰ ਪੀਪਾ ਕਰੇਗਾ ਅਤੇ ਇਸ ਧਰਤੀ ਉੱਤੋਂ ਹੂੰਜਾ ਮਾਰ ਦੇਵੇਗਾ ਤਾਂ ਕਿ ਉਹਨਾਂ ਲਈ ਕੋਈ ਥਾਂ ਨਾ ਲੱਭੇਗਾ। ਇਹਨਾਂ ਦਿਨਾਂ ਵਿੱਚ ਸ਼ੈਤਾਨ ਦਾ ਪੱਲੜਾ ਭਾਰੂ ਜਾਪਦਾ ਹੈ, ਪਰ ਇਹ ਜਾਣ ਲੈਣਾ ਅੱਛਾ ਹੈ ਕਿ ਇੱਕ ਹੋਰ ਅਧਿਆਇ ਹੈ ਜੋ ਕਿਸੇ ਦ੍ਰਿੜ ਭਵਿੱਖ ਵਿੱਚ ਨਹੀਂ ਲਿਖਿਆ ਜਾਣ ਵਾਲਾ ਹੈ। ਹੁਣ ਉਹ ਭਵਿੱਖਬਾਣੀ ਜਿਸ ਦਾ ਅਧਿਐਨ ਅਸੀਂ ਕਰਦੇ ਆ ਰਹੇ ਹਾਂ, ਉਹ ਇੱਕ ਮੂਰਤ ਦੀ ਭਵਿੱਖਬਾਣੀ ਹੈ ਜੋ ਨਬੂਕਦਨਜ਼ਰ ਨੇ ਵੇਖੀ ਸੀ। ਇੱਕ ਮੂਰਤ ਜਿਸ ਨੇ ਉਸ ਲਈ ਨਾਸ਼ ਹੋ ਰਹੀਆਂ ਪਾਤਸ਼ਾਹੀਆਂ ਦੀ ਤਸਵੀਰ ਉਲੀਕੀ ਸੀ, ਜਿਸ ਦਾ ਆਰੰਭ ਬਾਬਲ ਸੋਨੇ ਦੇ ਸਿਰ ਨਾਲ ਹੁੰਦਾ ਹੈ ਅਤੇ ਮਾਦੀ ਫਾਰਸੀ ਚਾਂਦੀ ਦੀਆਂ ਬਾਹਾਂ ਅਤੇ ਹਿੱਕ, ਯੂਨਾਨ ਢਿੱਡ ਅਤੇ ਪੱਟ ਅਤੇ ਰੋਮ ਲੋਹੇ ਦੀਆਂ ਲੱਤਾਂ। ਇਹ ਸਭ ਸੁਪਨੇ ਦੇ ਪਿੱਛੇ ਹੈ, ਪਰ ਹੁਣ ਅਸੀਂ ਸੁਪਨੇ ਦਾ ਅੰਤ ਵੇਖਣ ਜਾ ਰਹੇ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ। ਇਸ ਦੀ ਰੂਪ-ਰੇਖਾ ਬਹੁਤ ਸਰਲ ਹੈ। ਦੋ ਚੀਜ਼ਾਂ, ਆਉਣ ਵਾਲੇ ਰਾਜਾ ਅਤੇ ਆਉਣ ਵਾਲੀ ਪਾਤਸ਼ਾਹੀ, ਅਤੇ ਦੋ ਮੁੱਖ ਵਿਚਾਰ, ਦੋ ਮੁੱਖ ਤਸਵੀਰਾਂ ਜੋ ਮੈਂ ਚਾਹੁੰਦਾ ਹਾਂ ਕਿ ਆਪ ਲਿਖ ਲਵੋ। ਆਉਣ ਵਾਲਾ ਰਾਜਾ ਪੱਥਰ ਅਤੇ ਆਉਣ ਵਾਲੀ ਪਾਤਸ਼ਾਹੀ ਉਹ ਪਹਾੜ। ਇਹ ਸਭ ਇਸ ਭਾਗ ਵਿੱਚ ਲਿਖਿਆ ਗਿਆ ਹੈ। ਅਸੀਂ ਜਲਦੀ ਹੀ ਇਸ ਵੱਲ ਗੌਰ ਕਰਾਂਗੇ। ਨੰਬਰ 1, ਆਉਣ ਵਾਲਾ ਰਾਜਾ। ਆਓ ਅਸੀਂ ਸਭ ਤੋਂ ਪਹਿਲਾਂ ਆਉਣ ਵਾਲੇ ਰਾਜੇ ਬਾਰੇ ਗੌਰ ਕਰੀਏ। ਜਦੋਂ ਨਬੂਕਦਨਜ਼ਰ ਨੇ ਆਪਣੇ ਸੁਪਨੇ ਵਿੱਚ ਉਸ ਤਸਵੀਰ ਵੱਲ ਤੱਕਿਆ ਅਤੇ ਉਸ ਨੇ ਇਸ ਵੱਡੀ ਮੂਰਤ ਨੂੰ ਵੇਖਿਆ, ਤਦ ਉਸ ਨੇ ਬਸ ਇੱਕ ਸ਼ਾਂਤ, ਵੱਡੀ, ਨਾ ਚੱਲਣ ਵਾਲੀ ਚੀਜ਼ ਵੇਖੀ ਸੀ ਅਤੇ ਸੁਪਨੇ ਦੇ ਅੰਤ ਵਿੱਚ ਉਸ ਕਹਾਣੀ ਦੇ ਅਨੁਸਾਰ ਅਚਾਨਕ ਹੀ ਉਹ ਸ਼ਾਂਤ ਮੂਰਤ ਇੱਕ ਚੱਲਣ ਵਾਲੀ ਮੂਰਤ ਬਣ ਗਈ ਸੀ। 34 ਐਤ ਵਿੱਚ ਬਾਈਬਲ ਬਾਣੀ ਆਖਦੀ ਹੈ ਕਿ ਇੱਕ ਪੱਥਰ ਬਿਨਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਹਨੇ ਉਸ ਮੂਰਤ ਨੂੰ ਉਹਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਨਾਲ ਬਣੇ ਸਨ ਅਤੇ ਉਹਨੂੰ ਟੋਟੇ-ਟੋਟੇ ਕਰ ਦਿੱਤਾ। 45 ਐਤ ਦੇ ਅਨੁਸਾਰ ਉਹ ਪੱਥਰ ਇੱਕ ਪਹਾੜ ਵਿੱਚੋਂ ਕੱਢਿਆ ਗਿਆ ਹੈ ਅਤੇ ਉਹ ਇਸ ਮੂਰਤ ਵੱਲ ਚੱਲਣਾ ਆਰੰਭ ਕਰਦਾ ਹੈ। ਇਸ ਤਰ੍ਹਾਂ ਇਹ ਇੱਕ ਵੱਡੀ ਰਫ਼ਤਾਰ ਨਾਲ ਚੱਲਦਾ ਜਾਪਦਾ ਹੈ। ਇਹ ਇਸ ਮੂਰਤ ਦੇ ਪੈਰਾਂ ਉੱਤੇ ਸੱਟ ਮਾਰਦਾ ਹੈ ਅਤੇ ਇਸ ਨੂੰ ਤੋੜ ਸੁੱਟਦਾ ਹੈ। ਸਿਰਫ ਇਸ ਦੇ ਪੈਰਾਂ ਨੂੰ ਹੀ ਨਹੀਂ, ਬਲਕਿ ਇਸ ਸਮੁੱਚੀ ਮੂਰਤ ਦੇ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਨੂੰ ਵੀ। ਹੁਣ ਬਿਨਾਂ ਸ਼ੱਕ ਇਹ ਨਬੂਕਦਨਜ਼ਰ ਦੇ ਦਰਸ਼ਨ ਦੀ ਚੋਟੀ ਹੈ ਅਤੇ ਜਦੋਂ ਤੱਕ ਆਪ ਇਸ ਨੂੰ ਨਹੀਂ ਸੋਚਦੇ, ਇਹ ਇੱਕ ਖਿਆਲੀ ਕਹਾਣੀ ਹੈ ਜੋ ਕਿਸੇ ਨੇ ਆਪਣੇ ਖਿਆਲ ਵਿੱਚ ਪਾਈ ਸੀ। ਮੈਂ ਤੁਹਾਨੂੰ ਇਹ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਇਸ ਸੁਪਨੇ ਦੇ ਅਰਥ ਦੇ ਅੰਤ ਵਿੱਚ ਦਾਨੀਏਲ ਆਖਦਾ ਹੈ ਕਿ ਇਹ ਸੁਪਨਾ ਪੱਕਾ ਹੈ ਅਤੇ ਉਹਦਾ ਅਰਥ ਵੀ ਪੱਕਾ ਹੈ। ਇਹ ਤਾਂ ਬਸ ਸਾਨੂੰ ਇਹ ਯਾਦ ਕਰਾਉਣ ਲਈ ਹੈ ਕਿ ਅਸੀਂ ਕਿਸੇ ਪਰੀ ਕਥਾ ਨਾਲ ਨਹੀਂ ਨਿਪਟ ਰਹੇ ਹਾਂ। ਦਾਨੀਏਲ ਇਸ ਨੂੰ ਸਾਡੇ ਖੁਦ ਦੇ ਲਾਭ ਲਈ ਦੱਸਦਾ ਹੈ, ਪਰ ਇਹ ਤਾਂ ਸੱਚੀ ਹੈ ਅਤੇ ਇਸ ਦਾ ਅਰਥ ਵੀ ਪੱਕਾ ਹੈ। ਹੁਣ ਇਸ ਸੁਪਨੇ ਦੀ ਸਿਖਰ ਅਨੁਸਾਰ ਉਹ ਪੱਥਰ ਉਸ ਮੂਰਤ ਨੂੰ ਮਾਰਦਾ ਹੈ ਅਤੇ ਉਹ ਮੂਰਤ ਪੂਰੀ ਤਰ੍ਹਾਂ ਨਾਸ਼ ਕਰ ਦਿੱਤੀ ਜਾਂਦੀ ਹੈ ਅਤੇ ਉਹ ਪੱਥਰ ਇੱਕ ਪਹਾੜ ਬਣ ਜਾਂਦਾ ਹੈ ਅਤੇ ਇੰਨਾ ਵੱਡਾ ਹੋ ਜਾਂਦਾ ਹੈ ਕਿ ਸਾਰੀ ਧਰਤੀ ਉੱਤੇ ਫੈਲ ਜਾਂਦਾ ਹੈ। ਹੁਣ ਇਹ ਤਸਵੀਰ ਸਾਡੇ ਸਾਹਮਣੇ ਹੈ। ਸਵਾਲ ਇਹ ਹੈ ਕਿ ਇਹ ਪੱਥਰ ਕੌਣ ਹੈ ਜਾਂ ਕੀ ਹੈ? ਉਹ ਕਿਸੇ ਦੇ ਬਾਰੇ ਗੱਲ ਕਰ ਰਿਹਾ ਹੈ। ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਪਰਮੇਸ਼ਰ ਦਾ ਵਚਨ ਸਪਸ਼ਟ ਤੌਰ ਤੇ ਪੱਥਰ ਨੂੰ ਮਸੀਹ, ਪ੍ਰਭੂ ਯਿਸੂ ਮਸੀਹ ਵਜੋਂ ਪਛਾਣਦਾ ਹੈ। ਬਾਈਬਲ ਬਾਣੀ ਵਿੱਚ
14 ਤੋਂ ਵੱਧ ਵਾਰ ਯਿਸੂ ਦਾ ਜ਼ਿਕਰ ਪੱਥਰ ਵਜੋਂ ਕੀਤਾ ਗਿਆ ਹੈ। ਅਸੀਂ ਉਹਨਾਂ ਸਭਨਾਂ ਬਾਰੇ ਗੌਰ ਨਹੀਂ ਕਰ ਸਕਦੇ, ਪਰ ਮੈਂ ਉਹਨਾਂ ਨੂੰ ਤੁਹਾਡੇ ਵਾਸਤੇ ਵੱਖ-ਵੱਖ ਕਿਸਮਾਂ ਵਿੱਚ ਵੰਡ ਸਕਦਾ ਹਾਂ ਤਾਂ ਕਿ ਆਪ ਉਹਨੂੰ ਨੋਟ ਕਰ ਸਕੋ ਅਤੇ ਵਾਪਸ ਜਾ ਕੇ ਬਾਅਦ ਵਿੱਚ ਉਹਨਾਂ ਉੱਤੇ ਗੌਰ ਕਰ ਸਕੋ। ਭਾਗ ਊੜਾ, ਮਾਰਿਆ ਹੋਇਆ ਪੱਥਰ। ਸਭ ਤੋਂ ਪਹਿਲਾਂ ਉਸ ਨੂੰ ਮਾਰਿਆ ਹੋਇਆ ਪੱਥਰ ਆਖਿਆ ਗਿਆ ਹੈ। ਪਿੱਛੇ ਕੂਸ਼ ਦੀ ਪੁਸਤਕ ਵਿੱਚ ਆਪ ਮੂਸਾ ਦੀ ਕਹਾਣੀ ਨੂੰ ਜਾਣਦੇ ਹੋ, ਜਦੋਂ ਉਸ ਨੇ ਚਟਾਨ ਨੂੰ ਮਾਰਿਆ ਸੀ। ਕੂਚ ਦੀ ਪੁਸਤਕ 17 ਅਧਿਆਇ ਵਿੱਚ 5 ਅਤੇ 6 ਐਤਾਂ ਬਾਰੇ ਆਪ ਨੂੰ ਇਹ ਯਾਦ ਹੈ। ਅਤੇ ਜਦੋਂ ਉਸ ਨੇ ਚਟਾਨ ਨੂੰ ਮਾਰਿਆ ਸੀ ਤਦ ਪਾਣੀ ਵਗ ਤੁਰਿਆ ਸੀ। ਜਦੋਂ ਪਲੂਸ ਇਸ ਬਾਰੇ ਨਵੇਂ ਨੇਮ ਵਿੱਚ ਪਹਿਲੀ ਕਰੰਥੀਆਂ ਦੀ ਪੱਤਰੀ 10 ਅਧਿਆਇ 4 ਦੇ ਵਚਨਾਂ ਵਿੱਚ ਉਹ ਇਸ ਦਾ ਅਰਥ ਸਾਡੇ ਲਈ ਭਵਿੱਖਬਾਣੀ ਦੇ ਲਿਹਾਜ਼ ਨਾਲ ਕਰਦਾ ਹੈ, ਤਦ ਉਹ ਇਸ ਤਰ੍ਹਾਂ ਆਖਦਾ ਹੈ, ਉਹਨਾਂ ਨੇ ਉਸ ਆਤਮਿਕ ਪੱਥਰ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਮਗਰ ਮਗਰ ਚੱਲਦਾ ਸੀ, ਅਤੇ ਉਹ ਪੱਥਰ ਮਸੀਹ ਸੀ। ਇਸ ਤਰ੍ਹਾਂ ਕੂਸ਼ ਦੀ ਪੁਸਤਕ ਦੇ 17 ਅਧਿਆਇ ਦਾ ਮਾਰਿਆ ਹੋਇਆ ਪੱਥਰ ਮਾਰੇ ਕੁੱਟੇ ਗਏ ਮਸੀਹ ਦੀ ਤਸਵੀਰ ਬਣ ਜਾਂਦਾ ਹੈ, ਜਿਹੜਾ ਕਿ ਜਦੋਂ ਉਸ ਨੂੰ ਸਲੀਬ ਉੱਤੇ ਮਾਰਿਆ ਕੁਚਲਿਆ ਗਿਆ ਸੀ ਤਦ ਉਹ ਬਰਕਤ ਦਾ ਸੋਤਾ ਬਣ ਕੇ ਫੁੱਟ ਚੱਲਿਆ ਸੀ, ਜਦੋਂ ਉਸ ਦਾ ਲਹੂ ਬਹਿ ਤੁਰਿਆ ਸੀ ਅਤੇ ਉਹ ਜਗਤ ਨੂੰ ਛਡਾਉਣ ਵਾਲਾ ਬਣ ਗਿਆ ਸੀ। ਪਲੂਸ ਆਖਦਾ ਹੈ, ਠੀਕ ਜਿਸ ਤਰ੍ਹਾਂ ਮੂਸਾ ਨੇ ਉਸ ਚਟਾਨ ਨੂੰ ਮਾਰਿਆ ਸੀ ਅਤੇ ਪਾਣੀ ਵਗ ਤੁਰਿਆ ਸੀ, ਠੀਕ ਉਸੇ ਤਰ੍ਹਾਂ ਯਿਸੂ ਮਸੀਹ ਮਾਰੀ ਹੋਈ ਚਟਾਨ ਹੈ। ਕੀ ਇਹ ਰੋਚਕ ਗੱਲ ਨਹੀਂ ਹੈ ਕਿ ਇਹ ਉਹ ਦਰਿੰਦਾ ਹੀ ਸੀ ਜਿਸ ਨੇ ਉਸ ਨੂੰ ਮਾਰਿਆ ਸੀ। ਇਹ ਰੋਮੀ ਰਾਜ ਸੀ, ਰਾਜਾ ਵਿੱਚੋਂ ਆਖਰੀ ਜਿਸ ਨੂੰ ਯਿਸੂ ਮਸੀਹ ਨੂੰ ਮਾਰਿਆ ਸੀ। ਇਹ ਰੋਮੀ ਰਾਜ ਸੀ, ਰਾਜਾਂ ਵਿੱਚੋਂ ਆਖਰੀ ਜਿਸ ਨੂੰ ਯਿਸੂ ਮਸੀਹ ਨੂੰ ਮਾਰਿਆ ਸੀ। ਇੱਕ ਹੋਰ ਰੋਮੀ ਸਿਪਾਹੀ ਨੇ ਉਸ ਨੂੰ ਮਾਰਿਆ ਸੀ। ਇੱਕ ਦਿਨ ਉਹ ਮਸੀਹ ਜੋ ਉਸ ਦਰਿੰਦੇ ਦੇ ਦੁਆਰਾ ਮਾਰਿਆ ਗਿਆ ਸੀ, ਉਹ ਵਾਪਸ ਆਉਣ ਵਾਲਾ ਹੈ ਅਤੇ ਉਸ ਦਰਿੰਦੇ ਨੂੰ ਮਾਰਨ ਜਾ ਰਿਹਾ ਹੈ, ਜੋ ਇਸ ਪੁਸਤਕ ਦੀ ਲਿਖਤ ਦੇ ਅਨੁਸਾਰ ਹੈ। ਉਹ ਮਾਰਿਆ ਹੋਇਆ ਪੱਥਰ ਹੈ। ਭਾਗ ਐੜਾ, ਠੋਕਰ ਖਵਾਉਣ ਵਾਲਾ ਪੱਥਰ। ਦੂਸਰੀ ਗੱਲ ਗੌਰ ਕਰੋ, ਉਹ ਠੋਕਰ ਖਵਾਉਣ ਵਾਲਾ ਪੱਥਰ ਹੈ। ਯਸ਼ਾਇਆ ਨਬੀ ਇਸ ਦਾ ਜ਼ਿਕਰ ਕਿੰਨੇ ਸਪਸ਼ਟ ਤੌਰ ਤੇ ਕਰਦਾ ਹੈ। ਯਸ਼ਾਇਆ ਨਬੀ ਦੀ ਪੁਸਤਕ 8 ਅਧਿਆਇ 14 ਦੇ ਵਚਨਾਂ ਵਿੱਚ ਉਹ ਕਰਦਾ ਹੈ, ਜਿੱਥੇ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਹ ਪਵਿੱਤਰ ਅਸਥਾਨ ਹੋਵੇਗਾ, ਪਰ ਇਸਰਾਏਲ ਦੇ ਦੋਹਾਂ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡੇ ਖਾਣ ਦੀ ਚਟਾਨ, ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਤੇ ਫੰਦਾ ਹੋਵੇਗਾ। ਜ਼ਬੂਰ 118 ਦੇ 22 ਦੇ ਵਚਨ ਮਸੀਹ ਨੂੰ ਉਹ ਪੱਥਰ ਦੱਸਦੇ ਹਨ ਜਿਸ ਨੂੰ ਰਾਜਾ ਨੇ ਰੱਦਿਆ ਸੀ, ਜੋ ਯਹੂਦੀਆਂ ਦੀ ਤਸਵੀਰ ਉਲੀਕਦੇ ਹਨ, ਜਿਨ੍ਹਾਂ ਨੇ ਆਪਣੇ ਘਰ ਉਸਾਰਦਿਆਂ ਉਹ ਪੱਥਰ ਨੂੰ ਬਾਹਰ ਰਹਿਣ ਦਿੱਤਾ, ਜੋ ਯਿਸੂ ਮਸੀਹ ਸੀ। ਮੱਤੀ 21 ਅਧਿਆਇ 42 ਤੇ 44 ਦੇ ਵਚਨ ਸਾਨੂੰ ਦੱਸਦੇ ਹਨ ਕਿ ਮਸੀਹ ਯਿਸੂ ਉਹ ਪੱਥਰ ਜਿਸ ਨੂੰ ਰਾਜਾ ਨੇ ਰੱਦਿਆ ਸੀ, ਅਤੇ ਸਾਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੋ ਵੀ ਇਸ ਪੱਥਰ ਉੱਤੇ ਡਿੱਗਦਾ ਹੈ ਉਹ ਟੋਟੇ-ਟੋਟੇ ਕੀਤਾ ਜਾਵੇਗਾ। ਰੋਮੀਓ ਦੀ ਪੱਤਰੀ 9 ਅਧਿਆਇ 33 ਵਿੱਚ ਪਾਲੂਸ ਨੇ ਇਸ ਦੇ ਸੰਖੇਪ ਵਿੱਚ ਇਹ ਲਿਖਿਆ, ਵੇਖੋ ਮੈਂ ਸਿਯੋਨ ਵਿੱਚ ਠੇਡਾ ਲੱਗਣ ਦਾ ਪੱਥਰ ਅਤੇ ਠੋਕਰ ਖਾਣ ਦੀ ਚਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਨੇਚਾ ਕਰਦਾ ਹੈ ਉਹ ਲੱਜਿਆਵਾਨ ਨਾ ਹੋਵੇਗਾ। ਯਿਸੂ ਹੀ ਸਿਰਫ ਇੱਕੋ ਇੱਕ ਮਾਰਿਆ ਹੋਇਆ ਉਹ ਪੱਥਰ ਹੈ, ਪਰ ਉਹ ਠੇਡਾ ਖਾਣ ਦਾ ਵੀ ਪੱਥਰ ਹੈ। ਇਹ ਤਸਵੀਰ ਇਸ ਤਰ੍ਹਾਂ ਦੀ ਹੈ, ਉਹ ਆਪਣਿਆਂ ਕੋਲ ਆਇਆ ਅਤੇ ਉਹਨੂੰ ਉਸ ਨੂੰ ਗਲੇ ਲਗਾ ਲੈਣਾ ਚਾਹੀਦਾ ਸੀ। ਇਸ ਦੀ ਬਜਾਏ ਉਹਨਾਂ ਨੇ ਉਸ ਤੋਂ ਠੋਕਰ ਖਾਧੀ ਅਤੇ ਉਹ ਉਹਨਾਂ ਲਈ ਠੇਡਾ ਖਾਣ ਦਾ ਪੱਥਰ ਬਣ ਗਿਆ, ਅਤੇ ਅੰਤ ਵਿੱਚ ਉਹਨਾਂ ਨੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਦਿੱਤਾ ਸੀ। ਭਾਗ ਈੜੀ, ਵਿਸ਼ੇਸ਼ ਪੱਥਰ। ਉਹ ਇੱਕ ਮਾਰਿਆ ਹੋਇਆ ਪੱਥਰ ਹੈ, ਇੱਕ ਠੇਡਾ ਖਵਾਉਣ ਦਾ ਪੱਥਰ ਹੈ, ਅਤੇ ਤੀਸਰੀ ਗੱਲ ਉਹ ਵਿਸ਼ੇਸ਼ ਪੱਥਰ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਰੇਕ ਪੱਥਰ ਦੀ ਇਮਾਰਤ ਵਿੱਚ ਇੱਕ ਖਾਸ ਜਗ੍ਹਾ ਹੁੰਦੀ ਹੈ। ਇਹ ਉਹ ਪੱਥਰ ਹੁੰਦਾ ਹੈ ਜਿਸ ਉੱਤੇ ਸਾਰੀ ਇਮਾਰਤ ਦਾ ਭਾਰ ਟਿਕਿਆ ਹੋਇਆ ਹੁੰਦਾ ਹੈ। ਇਸ ਨੂੰ ਕਦੇ-ਕਦੇ ਵਿਸ਼ੇਸ਼ ਪੱਥਰ ਜਾਂ ਖੂੰਜੇ ਦਾ ਪੱਥਰ ਆਖਿਆ ਜਾਂਦਾ ਹੈ। ਯਿਸੂ ਜੀ ਦਾ ਜ਼ਿਕਰ ਖੂੰਜੇ ਦੇ ਪੱਥਰ ਵਜੋਂ ਕੀਤਾ ਗਿਆ ਸੀ, ਜਾਂ ਉਸ ਪੱਥਰ ਵਜੋਂ ਜਿਸ ਉੱਤੇ ਭਵਨ ਦਾ ਭਾਰ ਟਿਕਿਆ ਹੋਇਆ ਹੁੰਦਾ ਹੈ। ਸਾਡੀ ਸਾਰੀ ਮਸੀਹੀ ਨੇਚਾ ਯਿਸੂ ਭਾਵ ਨੀਂਹ ਦੇ ਪੱਥਰ ਉੱਤੇ ਟਿਕੀ ਹੋਈ ਹੈ। ਜੇਕਰ ਆਪ ਮੇਰੇ ਉੱਤੇ ਭਰੋਸਾ ਨਹੀਂ ਕਰਦੇ, ਤਦ ਮੈਂ ਚਾਹੁੰਦਾ ਹਾਂ ਕਿ ਆਪ ਇਹਨਾਂ ਹਵਾਲਿਆਂ ਨੂੰ ਧਿਆਨ ਨਾਲ ਸੁਣੋ। ਯਸ਼ਾਇਆ 28 ਅਧਿਆਇ 16 ਵਚਨ,
ਇਸ ਲਈ ਪ੍ਰਭੂ ਯਹੋਵਾ ਫਰਮਾਉਂਦਾ ਹੈ, ਵੇਖੋ ਮੈਂ ਸਿਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਨਮੋਲ ਖੂੰਜੇ ਦਾ ਪੱਥਰ, ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪ੍ਰਤੀਤ ਕਰਦਾ ਹੈ ਉਹ ਕਾਲੀ ਨਹੀਂ ਕਰੇਗਾ। ਮੱਤੀ 16:18 ਵਿੱਚ ਯਿਸੂ ਜੀ ਪਤਰਸ ਨਾਲ ਗੱਲ ਕਰਦੇ ਵਕਤ ਆਖਦੇ ਹਨ, ਤੂੰ ਪਤਰਸ ਹੈ, ਅਤੇ ਆਪਣੇ ਆਪ ਦਾ ਹਵਾਲਾ ਦਿੰਦਿਆਂ ਆਖਦੇ ਹਨ, ਇਸ ਚਟਾਨ ਉੱਤੇ ਮੈਂ ਆਪਣੀ ਕਲੀਸਿਆ ਉਸਾਰਾਂਗਾ। ਮੱਤੀ 21:42 ਵਚਨ, ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਜਦੋਂ ਪਤਰਸ ਯਹੂਦੀਆਂ ਦੇ ਬਜ਼ੁਰਗਾਂ ਦੀ ਸਭਾ ਦੇ ਸਾਹਮਣੇ ਖੜਾ ਸੀ, ਤਦ ਰਸੂਲਾਂ ਦੇ ਕਰਤੱਵ 4:10 ਤੇ 11 ਵਿੱਚ ਉਸਨੇ ਉਹਨਾਂ ਨੂੰ ਆਖਿਆ ਸੀ, ਤਾਂ ਤੁਸਾਂ ਸਭਨਾਂ ਨੂੰ ਅਤੇ ਇਜ਼ਰਾਈਲ ਦੀਆਂ ਸਾਰੇ ਲੋਕਾਂ ਨੂੰ ਮਾਲੂਮ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ, ਜਿਹਨੂੰ ਤੁਸਾਂ ਸਲੀਬ ਉੱਤੇ ਚੜਾਇਆ ਅਤੇ ਜਿਹਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਵਾਲਿਆ, ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ। ਇਹ ਉਹ ਪੱਥਰ ਹੈ ਜਿਹਨੂੰ ਤੁਸਾਂ ਰਾਜਾ ਨੇ ਰੱਦਿਆ, ਜਿਹੜਾ ਖੂੰਜੇ ਦਾ ਸਿਰਾ ਹੋ ਗਿਆ। ਅਤੇ ਆਪ ਇਸ ਵਿਸ਼ੇ ਨੂੰ ਪਹਿਲੀ ਕਰੰਥੀਆਂ ਦੀ ਪੱਤਰੀ 3:11 ਵਚਨ, ਇਫਸੀਆਂ 2:19 ਤੇ 21 ਵਚਨ, ਪਹਿਲੇ ਪਤਰਸ ਦੀ ਪਹਿਲੀ ਪੱਤਰੀ 2 ਤੇ 6 ਵਚਨਾਂ ਵਿੱਚ ਪਾਓਗੇ। ਵਾਰ-ਵਾਰ ਆਪ ਇਹ ਪਾਓਗੇ ਕਿ ਇਹ ਜੋ ਪੱਥਰ ਹੈ ਉਹ ਯਿਸੂ ਮਸੀਹ ਹੈ। ਬਾਈਬਲ ਬਾਣੀ ਵਿੱਚ ਬਾਰ-ਬਾਰ ਉਸ ਦਾ ਜ਼ਿਕਰ ਕੀਤਾ ਗਿਆ ਹੈ। ਉਹ ਮਾਰਿਆ ਗਿਆ ਪੱਥਰ ਹੈ, ਉਹ ਠੇਡੇ ਖਾਨ ਦਾ ਪੱਥਰ ਹੈ, ਉਹ ਕਲੀਸਿਆ ਦਾ ਵਿਸ਼ੇਸ਼ ਪੱਥਰ ਹੈ, ਕਿਉਂ ਜੋ ਉਹ ਨੀਂਹ ਤੋਂ ਬਿਨਾਂ ਜੋ ਰੱਖੀ ਹੋਈ ਹੈ, ਦੂਜੀ ਕੋਈ ਨਹੀਂ ਰੱਖ ਸਕਦਾ, ਔਰ ਉਹ ਯਿਸੂ ਮਸੀਹ ਹੈ। ਭਾਗ ਸੱਸਾ, ਟੋਟੇ-ਟੋਟੇ ਕਰਨ ਵਾਲਾ ਪੱਥਰ। ਅਤੇ ਹੁਣ ਅਸੀਂ ਇਸ ਵਚਨ ਦੇ ਭਾਗ ਵਿੱਚ ਇਹ ਸਿੱਖਦੇ ਹਾਂ ਕਿ ਉਹ ਟੋਟੇ-ਟੋਟੇ ਕਰਨ ਵਾਲਾ ਪੱਥਰ ਵੀ ਹੈ। ਉਹ ਪੱਥਰ ਹੈ ਜੋ ਕਿ ਆ ਕੇ ਉਸ ਮੂਰਤ ਨੂੰ ਨਾਸ਼ ਕਰਨ ਜਾ ਰਿਹਾ ਹੈ, ਜੋ ਸਾਡੇ ਜ਼ਮਾਨੇ ਦੀਆਂ ਜਗਤ ਦੀਆਂ ਸ਼ਾਸਨ ਪ੍ਰਾਣੀਆਂ ਦੀ ਪ੍ਰਤੀਨਿਧੀ ਕਰਦੀ ਹੈ। ਇਹ ਮਸੀਹ ਹੈ ਜੋ ਗੈਰ ਕੌਮਾਂ ਦੇ ਜਗਤ ਉੱਤੇ ਆ ਟੁੱਟ ਪਵੇਗਾ ਅਤੇ ਇਸ ਨੂੰ ਅਤੇ ਇਸ ਦੀਆਂ ਸਾਰੀਆਂ ਮਨੁੱਖ ਦੀਆਂ ਤਿਆਰ ਕੀਤੀਆਂ ਪਾਤਸ਼ਾਹੀਆਂ ਦਾ ਨਾਸ਼ ਕਰੇਗਾ। ਹੁਣ ਇਹ ਉਹ ਰਾਜਾ ਹੈ ਅਤੇ ਇਸ ਦਰਸ਼ਨ ਨੂੰ ਸਮਝਦਿਆਂ ਸਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਦੇ ਖਿਡਾਰੀ ਕੌਣ ਹਨ। ਇਹ ਪੱਥਰ ਕੌਣ ਹੈ? ਇਹ ਯਿਸੂ ਮਸੀਹ ਹੈ। ਹੁਣ ਆਓ ਅਸੀਂ ਗੌਰ ਕਰੀਏ ਕੀ ਬਰਪਣ ਜਾ ਰਿਹਾ ਹੈ। ਉਹ ਹੈ ਰਾਜਾ, ਉਹ ਹੈ ਪੱਥਰ। ਨੰਬਰ 2, ਆਉਣ ਵਾਲੀ ਪਾਤਸ਼ਾਹੀ। ਆਓ ਅਸੀਂ ਹੁਣ ਆਉਣ ਵਾਲੀ ਪਾਤਸ਼ਾਹੀ ਬਾਰੇ ਗੌਰ ਕਰੀਏ। ਬਾਈਬਲ ਬਾਣੀ ਆਖਦੀ ਹੈ ਕਿ ਜਦੋਂ ਨਬੂਕਦਨੇਜ਼ਰ ਨੇ ਇਹ ਸੁਪਨਾ ਵੇਖਿਆ, ਤਦ ਉਸ ਨੇ ਉਸ ਮੂਰਤ ਨੂੰ ਆਪਣੀ ਸਾਰੀ ਸ਼ਾਨ ਵਿੱਚ ਵੇਖਿਆ ਅਤੇ ਆਪਣੇ ਮਨ ਦੀ ਨਜ਼ਰ ਵਿੱਚ ਉਹ ਇੱਕ ਪੱਥਰ ਨੂੰ ਤੱਕਦਾ ਹੈ ਜੋ ਬਿਨਾਂ ਹੱਥ ਲਾਇਆ ਇੱਕ ਪਹਾੜ ਵਿੱਚੋਂ ਕੱਢਿਆ ਗਿਆ ਹੈ। ਉਹ ਪਹਾੜ ਤੋਂ ਹੇਠਾਂ ਉਤਰਨਾ ਆਰੰਭ ਕਰਦਾ ਹੈ, ਜੋ ਵੱਡੀ ਰਫ਼ਤਾਰ ਨਾਲ ਉਸ ਮੂਰਤ ਵੱਲ ਰੁੜਦਾ ਆ ਰਿਹਾ ਹੈ। ਅਤੇ ਬਾਈਬਲ ਬਾਣੀ ਆਖਦੀ ਹੈ ਕਿ ਉਸ ਪੱਥਰ ਨੇ ਉਸ ਮੂਰਤ ਦੇ ਪੈਰਾਂ ਨੂੰ ਮਾਰਿਆ ਅਤੇ ਉਸ ਮੂਰਤ ਨੂੰ ਨਾਸ਼ ਕਰ ਦਿੱਤਾ ਅਤੇ ਉਸ ਨੂੰ ਦੂਰ ਉਡਾ ਦਿੱਤਾ, ਜਿਸ ਤਰ੍ਹਾਂ ਤੂੜੀ ਹਵਾ ਨਾਲ ਉੱਡ ਜਾਂਦੀ ਹੈ। ਫਿਰ ਜਦੋਂ ਉਸ ਪੱਥਰ ਨੇ ਉਸ ਮੂਰਤ ਨੂੰ ਉਡਾ ਦਿੱਤਾ, ਤਦ ਬਾਈਬਲ ਬਾਣੀ ਆਖਦੀ ਹੈ ਕਿ ਉਹ ਪੱਥਰ ਇੱਕ ਪਹਾੜ ਬਣ ਗਿਆ ਅਤੇ ਇਸ ਨੇ ਸਾਰੀ ਧਰਤੀ ਨੂੰ ਭਰ ਦਿੱਤਾ। ਹੁਣ ਇਹ ਉਸ ਦਾ ਸੁਪਨਾ ਸੀ। ਅਸਾਂ ਆਉਣ ਵਾਲੇ ਰਾਜੇ ਉਸ ਪੱਥਰ ਨੂੰ ਵੇਖ ਚੁੱਕੇ ਹਾਂ। ਆਓ ਹੁਣ ਅਸੀਂ ਆਉਣ ਵਾਲੀ ਪਾਤਸ਼ਾਹੀ ਉਸ ਪਹਾੜ ਬਾਰੇ ਗੌਰ ਕਰੀਏ। ਮੈਂ ਤੁਹਾਨੂੰ ਉਸ ਪਾਤਸ਼ਾਹੀ ਦੀਆਂ ਕੁਝ ਵਿਸ਼ੇਸ਼ਤਾਵਾਂ ਦੱਸਣਾ ਚਾਹੁੰਦਾ ਹਾਂ। ਮੈਂ ਦਾਨੀਏਲ 2 ਅਧਿਆਇ ਵਿੱਚ ਕੁਝ ਰੋਚਕ ਗੱਲਾਂ ਉਸ ਪਾਤਸ਼ਾਹੀ ਦੇ ਬਾਰੇ ਆਪ ਨੂੰ ਵਿਖਾਉਣੀਆਂ ਚਾਹੁੰਦਾ ਹਾਂ। ਭਾਗ ਊੜਾ, ਇੱਕ ਅਲੌਕਿਕ ਪਾਤਸ਼ਾਹੀ। ਸਭ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਆਪ ਇਹ ਗੌਰ ਕਰੋ ਕਿ ਇਹ ਉਹ ਪਾਤਸ਼ਾਹੀ ਹੈ ਜੋ ਆਖਰੀ ਸਮਿਆਂ ਵਿੱਚ ਆਉਣ ਵਾਲੀ ਹੈ। ਉਹ ਇੱਕ ਅਲੌਕਿਕ ਪਾਤਸ਼ਾਹੀ ਹੈ। ਬਾਈਬਲ ਬਾਣੀ ਆਖਦੀ ਹੈ ਕਿ ਇਹ ਪੱਥਰ ਜੋ ਪਹਾੜ ਬਣ ਜਾਂਦਾ ਹੈ, ਇਹ ਬਿਨਾਂ ਹੱਥ ਲਾਇਆ ਕੱਢਿਆ ਗਿਆ ਹੈ। ਉਹਨਾਂ 4 ਐਤਾਂ ਵਿੱਚ ਅਸੀਂ 2 ਵਾਰ ਇਹ ਪੜ੍ਹਦੇ ਹਾਂ। ਇਸ ਦਾ ਭਾਵ ਕਿ ਮਸੀਹ ਦੀ ਪਾਤਸ਼ਾਹੀ ਮਨੁੱਖ ਦੇ ਦੁਆਰਾ ਤਿਆਰ ਨਹੀਂ ਕੀਤੀ ਗਈ, ਇਹ ਤਾਂ ਕੱਢੀ ਗਈ ਹੈ। ਕਿਵੇਂ? ਬਿਨਾਂ ਹੱਥ ਦੇ। ਕਿਸੇ ਨੇ ਆਖਿਆ ਹੈ ਕਿ ਮਨੁੱਖ ਇੱਟ ਤਾਂ ਬਣਾ ਸਕਦਾ ਹੈ, ਪਰ ਇੱਕ ਪੱਥਰ ਸਿਰਫ ਪਰਮੇਸ਼ਰ ਹੀ ਬਣਾ ਸਕਦਾ ਹੈ। ਇਹ ਸੱਚ ਹੀ ਹੈ। ਇਹ ਪੱਥਰ ਬਿਨਾਂ ਹੱਥ ਲਗਾਇਆ ਕੱਢਿਆ ਗਿਆ ਹੈ। ਇਸ ਦਾ ਅਰਥ ਹੈ ਕਿ ਇਹ ਮਨੁੱਖ ਦਾ ਤਿਆਰ ਕੀਤਾ ਹੋਇਆ ਨਹੀਂ, ਬਲਕਿ ਇਸ ਦਾ ਮੂਲ ਈਸ਼ਵਰੀ ਹੈ। ਉਹ ਮੂਰਤ ਮਨੁੱਖ ਦੀ ਰਚਨਾ ਹੈ, ਪੱਥਰ ਪਰਮੇਸ਼ਰ ਦੀ ਰਚਨਾ ਹੈ। ਇਸ ਜਗਤ ਵਿੱਚ ਇਹੋ ਜਿਹੀਆਂ ਸ਼ਕਤੀਆਂ ਹਨ ਜੋ ਉੱਪਰ ਤੋਂ ਹਨ।
ਕਿਸੇ ਮਨੁੱਖੀ ਹੱਥ ਨੇ ਮਸੀਹ ਦਾ ਰੂਪ ਤਿਆਰ ਨਹੀਂ ਸੀ ਕੀਤਾ। ਇਹ ਉਸ ਦੇ ਕੁਆਰੀ ਤੋਂ ਪੈਦਾ ਹੋਣ ਦੀ ਖੂਬਸੂਰਤ ਤਸਵੀਰ ਹੈ। ਇਹ ਪੱਥਰ ਜੋ ਬਿਨਾਂ ਹੱਥ ਲਾਇਆ ਕੱਟਿਆ ਗਿਆ, ਇਸ ਵਿੱਚ ਮਨੁੱਖਤਾਈ ਬਿਲਕੁਲ ਸ਼ਾਮਲ ਨਹੀਂ ਸੀ। ਪਵਿੱਤਰ ਆਤਮਾ ਦੇ ਦੁਆਰਾ ਉਹ ਮਰੀਅਮ ਦੀ ਕੁੱਖ ਵਿੱਚ ਰੱਖਿਆ ਗਿਆ ਸੀ, ਪਰ ਕਿਸੇ ਵੀ ਮਨੁੱਖ ਦਾ ਹੱਥ ਪਰਮੇਸ਼ਰ ਦੇ ਰੂਪ ਨੂੰ ਤਿਆਰ ਕਰਨ ਵਿੱਚ ਨਹੀਂ ਸੀ। ਉਹ ਆਪਣੀ ਖੁਦ ਦੀ ਸ਼ਕਤੀ ਨਾਲ ਕਬਰ ਵਿੱਚੋਂ ਫਿਰ ਜੀ ਉੱਠਿਆ ਸੀ, ਨਾ ਕਿ ਮਨੁੱਖੀ ਹੱਥਾਂ ਦੀ ਮਦਦ ਨਾਲ। ਉਹ ਬਿਨਾਂ ਹੱਥ ਲਾਇਆ ਕੱਢਿਆ ਗਿਆ ਪੱਥਰ ਹੈ। ਉਹ ਅਲੌਕਿਕ ਰਾਜ ਹੈ। ਇੱਕ ਦਿਨ ਉਹ ਅਲੌਕਿਕ ਪਾਤਸ਼ਾਹੀ ਸਥਾਪਿਤ ਕਰਨ ਲਈ ਆ ਰਿਹਾ ਹੈ। ਜੋ ਕੁਝ ਵੀ ਅਸੀਂ ਹੁਣ ਤੱਕ ਪੜ੍ਹਿਆ ਹੈ, ਉਹ ਉਸ ਵਰਗਾ ਬਿਲਕੁਲ ਨਹੀਂ ਹੋਵੇਗਾ। ਇਹ ਤਾਂ ਪੂਰੀ ਤਰ੍ਹਾਂ ਭਿੰਨ ਹੋਵੇਗਾ, ਕਿਉਂ ਜੋ ਉਹ ਰਾਜਾ ਜੋ ਕਿ ਮਸੀਹ ਹੈ, ਮਹਿਮਾ ਦਾ ਪ੍ਰਭੂ, ਉਹ ਅਲੌਕਿਕ ਸ਼ਾਸਕ ਹੋਵੇਗਾ ਅਤੇ ਉਹ ਰਾਜ ਕਰੇਗਾ। ਇਸ ਤਰ੍ਹਾਂ ਉਸ ਆਉਣ ਵਾਲੀ ਪਾਤਸ਼ਾਹੀ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਅਲੌਕਿਕ ਪਾਤਸ਼ਾਹੀ ਹੈ। ਭਾਗ ਐੜਾ, ਇੱਕ ਅਚਾਨਕ ਆਉਣ ਵਾਲੀ ਪਾਤਸ਼ਾਹੀ। ਦੂਸਰੀ ਗੱਲ ਮੈਂ ਇਹ ਚਾਹੁੰਦਾ ਹਾਂ ਕਿ ਆਪ ਗੌਰ ਕਰੋ ਕਿ ਇਹ ਇੱਕ ਅਚਾਨਕ ਆਉਣ ਵਾਲੀ ਪਾਤਸ਼ਾਹੀ ਹੈ। ਇਹ ਸਭ ਹੌਲੀ-ਹੌਲੀ ਨਹੀਂ ਵਰਪਦਾ, ਇਹ ਤਾਂ ਰਾਤੋਂ ਰਾਤ ਵਰਪਦਾ ਹੈ। ਇਹ ਬਾਕੀ ਸਾਰੀਆਂ ਪਾਤਸ਼ਾਹੀ ਇੱਕ ਦੂਸਰੀ ਦੇ ਉੱਤੇ ਉਸਾਰੀਆਂ ਗਈਆਂ ਹਨ। ਮਾਦੀ ਫਾਰਸੀ ਪਾਤਸ਼ਾਹੀ ਬਾਬਲ ਤੋਂ ਨਿਕਲਦੀ ਹੈ, ਯੂਨਾਨ ਮਾਦੀ ਫਾਰਸੀ ਵਿੱਚੋਂ ਆਉਂਦੀ ਹੈ, ਰੋਮ ਯੂਨਾਨ ਉੱਤੇ ਹਾਵੀ ਹੋ ਜਾਂਦਾ ਹੈ, ਇਸ ਨੂੰ ਨਾਸ਼ ਕਰ ਦਿੰਦਾ ਹੈ। ਇਹ ਸਾਰੀਆਂ ਦੂਸਰੀਆਂ ਪਾਤਸ਼ਾਹੀਆਂ ਹੌਲੀ-ਹੌਲੀ ਸਥਾਪਿਤ ਹੁੰਦੀਆਂ ਹਨ, ਪਰ ਬਾਈਬਲ ਆਖਦੀ ਹੈ ਕਿ ਜਦੋਂ ਮਸੀਹ ਆਪਣੀ ਪਾਤਸ਼ਾਹੀ ਸਥਾਪਿਤ ਕਰਨ ਨੂੰ ਆਉਂਦਾ ਹੈ, ਤਦ ਇਹ ਅਚਾਨਕ ਹੀ ਹੋਣ ਜਾ ਰਿਹਾ ਹੈ। ਮਸੀਹ ਦੀ ਪਾਤਸ਼ਾਹੀ ਇਸ ਜਗਤ ਦੀਆਂ ਧੀਮੀਆਂ ਪਾਤਸ਼ਾਹੀਆਂ ਦੀਆਂ ਤਰ੍ਹਾਂ ਨਹੀਂ ਹੈ। ਇਹ ਤਾਂ ਟੋਟੇ-ਟੋਟੇ ਕਰਨ ਵਾਲਾ ਪੱਥਰ ਹੈ। ਇੱਕ ਅਚਾਨਕ ਜ਼ੋਰ ਨਾਲ, ਨਾ ਕਿ ਮਨ ਫਿਰਾਉ ਦੀ ਧੀਮੀ ਵਿਧੀ ਨਾਲ, ਨਾ ਇਸ ਨੂੰ ਮਿਲਾਉਣ ਦੀ ਤਰ੍ਹਾਂ, ਬਲਕਿ ਅਚਾਨਕ ਜ਼ੋਰ ਨਾਲ ਅਤੇ ਇਸ ਤੋਂ ਪਹਿਲਾਂ ਨਹੀਂ, ਜਦੋਂ ਕਿ ਉਹ ਪੱਥਰ ਪਹਾੜ ਬਣ ਜਾਂਦਾ ਹੈ ਜੋ ਸਾਰੀ ਧਰਤੀ ਉੱਤੇ ਫੈਲ ਜਾਂਦਾ ਹੈ। ਮਸੀਹ ਦੀ ਪਾਤਸ਼ਾਹੀ ਇੱਕ ਅਚਾਨਕ ਅਤੇ ਨਿਸ਼ਚਿੰਤ ਜ਼ੋਰ ਨਾਲ ਆਵੇਗੀ ਅਤੇ ਬਾਈਬਲ ਬਾਣੀ ਦਾ ਹਰੇਕ ਭਾਗ ਜੋ ਮਸੀਹ ਦੀ ਆਮਦ ਦਾ ਜ਼ਿਕਰ ਕਰਦਾ ਹੈ, ਠੀਕ ਇਸੇ ਤਰ੍ਹਾਂ ਇਸ ਦਾ ਜ਼ਿਕਰ ਕਰਦਾ ਹੈ। ਹਰੇਕ ਵਚਨ ਉਹ ਇਸ ਤਰ੍ਹਾਂ ਹੌਲੀ-ਹੌਲੀ ਚੋਰੀ ਛੁਪੇ ਸਾਡੇ ਉੱਤੇ ਰਾਜ ਨਹੀਂ ਕਰਨ ਆ ਰਿਹਾ ਅਤੇ ਹੌਲੀ-ਹੌਲੀ ਸਾਡੇ ਅੰਦਰ ਘੁੰਮਣ ਨਹੀਂ ਆ ਰਿਹਾ, ਤਾਂ ਕਿ ਅਸੀਂ ਆਖੀਏ, ਵੇਖੋ ਉਹ ਆ ਰਿਹਾ ਹੈ, ਕਿ ਅਸੀਂ ਉਸ ਨੂੰ ਸਿੰਘਾਸਨ ਉੱਤੇ ਬਿਠਾਈਏ। ਇੱਕ ਦਿਨ ਠੀਕ ਇਸੇ ਤਰ੍ਹਾਂ ਇਸ ਜਗਤ ਦੀਆਂ ਪਾਤਸ਼ਾਹੀਆਂ ਜਾਂਦੀਆਂ ਰਹਿਣਗੀਆਂ ਅਤੇ ਮਸੀਹ ਆਪਣੀ ਖੁਦ ਦੀ ਪਾਤਸ਼ਾਹੀ ਸਥਾਪਿਤ ਕਰੇਗਾ। ਮੈਂ ਇੱਥੇ ਹੋਣ ਦੀ ਯੋਜਨਾ ਨਹੀਂ ਬਣਾਉਂਦਾ, ਮੈਂ ਤਾਂ ਚਲਾ ਜਾ ਚੁੱਕਾ ਹੋਵਾਂਗਾ। ਉਸ ਤੋਂ 7 ਸਾਲ ਪਹਿਲਾਂ ਉੱਪਰ ਉਠਾਇਆ ਜਾਵਾਂ ਵਰਪਦਾ ਹੈ ਅਤੇ ਪਰਮੇਸ਼ਰ ਦੇ ਸਾਰੇ ਲੋਕ ਉੱਪਰ ਉੱਥੇ ਹੋਣ ਜਾ ਰਹੇ ਹਨ, ਪਰ ਮੈਂ ਉਸ ਦੇ ਨਾਲ ਵਾਪਸ ਆ ਰਿਹਾ ਹਾਂ ਅਤੇ ਇਸ ਤਰ੍ਹਾਂ ਮੈਂ ਇਹ ਸਭ ਵੇਖਣ ਜਾ ਰਿਹਾ ਹਾਂ, ਪਰ ਇਹ ਸਭ ਤਾਂ ਅਚਾਨਕ ਬਹੁਤ ਜਲਦੀ ਹੀ ਵਰਪਣ ਜਾ ਰਿਹਾ ਹੈ। ਨਵੇਂ ਨੇਮ ਵਿੱਚ ਅਸੀਂ ਇਸ ਦੇ ਬਾਰੇ ਮੱਤੀ ਦੀ ਅੰਜੀਲ 24 ਅਧਿਆਏ ਉਸ ਦੀਆਂ 29 ਅਤੇ 30 ਐਤਾਂ ਵਿੱਚ ਪੜ੍ਹਦੇ ਹਾਂ। ਉਹਨਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਝੱਟ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਔਰ ਤਾਰੇ ਆਕਾਸ਼ ਤੋਂ ਡਿੱਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਸਾਮਰਥ ਔਰ ਵੱਡੇ ਤੇਜ ਨਾਲ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖਣਗੀਆਂ। ਇਹ ਸਭ ਕਿਵੇਂ ਵਰਪਣ ਜਾ ਰਿਹਾ ਹੈ? ਅਚਾਨਕ, ਬਹੁਤ ਜਲਦੀ। ਹੁਣ ਮੈਂ ਇੱਥੇ ਉੱਪਰ ਉਠਾਏ ਜਾਣ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਤਾਂ ਦੂਸਰੀ ਆਮਦ ਬਾਰੇ ਗੱਲ ਕਰ ਰਿਹਾ ਹਾਂ। ਮੈਂ ਤਾਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਮਸੀਹ ਆਪਣੇ ਤੇਜ ਵਿੱਚ ਵਾਪਸ ਆਉਂਦਾ ਹੈ। ਹਰ ਅੱਖ ਉਸ ਨੂੰ ਵੇਖੇਗੀ। ਇੱਥੇ ਕੋਈ ਧੀਮੀ ਗਤੀ ਨਾਲ ਹੋਣ ਵਾਲਾ ਕੰਮ ਨਹੀਂ ਹੈ, ਇਹ ਤਾਂ ਅਚਾਨਕ ਹੀ ਹੋਣ ਵਾਲਾ ਹੈ। ਭਾਗ ਈੜੀ, ਇੱਕ ਕਠੋਰ ਰਾਜ। ਜੀ ਹਾਂ, ਇਹ ਅਲੌਕਿਕ ਹੈ, ਇਹ ਅਚਾਨਕ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੀਸਰੀ ਗੱਲ ਆਪ ਗੌਰ ਕਰੋ, ਇਹ ਕਠੋਰ ਹੈ। ਮੈਂ ਚਾਹੁੰਦਾ ਹਾਂ ਕਿ ਆਪ ਇਸ ਗੱਲ ਉੱਤੇ ਗੌਰ ਕਰੋ ਜੋ ਕਿ ਵਚਨ ਦੇ ਇਸ ਭਾਗ ਵਿੱਚ ਮਸੀਹ ਦੀ ਪਾਤਸ਼ਾਹੀ ਦੇ ਆਉਣ ਦਾ ਜ਼ਿਕਰ ਕਰਦੀ ਹੈ। 34 ਐਤ, ਮੂਰਤ ਨੂੰ ਮਾਰਿਆ। 34 ਐਤ, ਇਸ ਨੂੰ ਟੋਟੇ-ਟੋਟੇ ਕਰ ਦਿੱਤਾ। 35 ਐਤ, ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ। ਅਤੇ ਇਸ ਤੋਂ ਬਾਅਦ ਅਸੀਂ ਇਸ ਨੂੰ ਦਾਨੀਏਲ ਨਬੀ ਦੀ ਪੁਸਤਕ 2 ਅਧਿਆਏ ਉਸ ਦੀ 35 ਐਤ ਵਿੱਚ ਇਸ ਤਰ੍ਹਾਂ ਪੜ੍ਹਦੇ ਹਾਂ, ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂ
ਹੋਵੇ ਅਤੇ ਬਹੁ ਉਹਨਾਂ ਨੂੰ ਉਡਾ ਲੈ ਜਾਵੇਗੀ, ਇੱਥੋਂ ਤਾਈਂ ਕਿ ਉਹਨਾਂ ਲਈ ਕੋਈ ਥਾਂ ਨਹੀਂ ਰਹੀ। 44 ਐਤ, ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰਕੇ ਸਤਿਆਨਾਸ਼ ਕਰ ਦੇਵੇਗਾ, ਪਰ ਆਪ ਸਦਾ ਤਾਈਂ ਖੜਾ ਰਹੇਗਾ। 45 ਐਤ, ਉਹਨਾਂ ਲੋਹੇ, ਪਿੱਤਲ, ਮਿੱਟੀ, ਚਾਂਦੀ ਅਤੇ ਸੋਨੇ ਨੂੰ ਚੂਰ-ਚੂਰ ਕਰ ਦਿੱਤਾ। ਨਥਾਨੀਅਲ ਬਾਜ਼ ਦੇ ਸ਼ਬਦ ਵਿੱਚੋਂ ਇਹ ਕੋਈ ਹੌਲੀ-ਹੌਲੀ ਤੇ ਸ਼ਾਂਤੀ ਨਾਲ ਕੀਤਾ ਜਾਣ ਵਾਲਾ ਕੰਮ ਨਹੀਂ, ਬਲਕਿ ਇਹ ਤਾਂ ਸਿੱਧਾ ਤੋੜਿਆ ਜਾਣਾ ਹੈ। ਇਹ ਤਾਂ ਪੀਸਿਆ ਜਾਣਾ ਹੈ, ਨਾਇਕ ਤੌਰ ਤੇ ਪਿੱਠਿਆ ਜਾਣਾ ਹੈ, ਕਣ-ਕਣ ਕਰਨਾ, ਅਤੇ ਇਹ ਤਾਂ ਇੱਕ ਨਿਆਂ ਦੀ ਹਨੇਰੀ ਆਉਣ ਦੀ ਤਰ੍ਹਾਂ ਹੈ, ਜੋ ਕਿ ਪਾਤਸ਼ਾਹੀ ਨੂੰ ਪਰੇ ਕਰ ਦੇਵੇ, ਜਦੋਂ ਤੱਕ ਉਹਨਾਂ ਲਈ ਕੋਈ ਥਾਂ ਨਾ ਰਹਿ ਜਾਵੇ, ਅਤੇ ਉਹ ਜਾਂਦੀਆਂ ਰਹਿਣਗੀਆਂ। ਪਿਆਰੇ ਦਰਸ਼ਕੋ, ਸਾਡੇ ਨਾਲ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮਸੀਹ ਦੇ ਆਉਣ ਵਾਲੇ ਰਾਜ ਬਾਰੇ ਜਾਣ ਰਹੇ ਸੀ। ਅਸੀਂ ਆਪਣੇ ਅੱਜ ਦੇ ਅਧਿਐਨ ਤੋਂ ਇਸ ਸੱਚਾਈ ਨੂੰ ਜਾਣਿਆ ਕਿ ਸੰਸਾਰ ਦੀਆਂ ਪਾਤਸ਼ਾਹੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਪਰ ਮਸੀਹ ਯਿਸੂ ਜੀ ਦੀ ਇੱਕੋ ਇੱਕ ਪਾਤਸ਼ਾਹੀ ਹੀ ਕਾਮਯਾਬ ਅਤੇ ਸਥਿਰ ਅਤੇ ਅਬਦੀ ਪਾਤਸ਼ਾਹੀ ਹੀ ਇਸ ਦੀ ਆਸ ਹੈ। ਅਸੀਂ ਜਾਣਿਆ ਕਿ ਯਿਸੂ ਜੀ ਦੀ ਪਾਤਸ਼ਾਹੀ ਪਹਿਲਾਂ ਹੀ ਸਾਡੇ ਦਿਲਾਂ ਦੇ ਅੰਦਰ ਕਾਰਜਸ਼ੀਲ ਹੈ। ਪ੍ਰਭੂ ਯਿਸੂ ਜੀ ਨੇ ਸਾਡੇ ਅੰਦਰ ਆਪਣੀ ਪਾਤਸ਼ਾਹੀ ਸਥਾਪਿਤ ਕੀਤੀ ਹੋਈ ਹੈ, ਪਰ ਇੱਕ ਦਿਨ ਉਹ ਜੋ ਸਾਡੇ ਅੰਦਰ ਸੱਚ ਹੈ ਉਹ ਹਕੀਕਤ ਦੇ ਵਿੱਚ ਸੱਚ ਹੋਣ ਜਾ ਰਿਹਾ। ਪ੍ਰਭੂ ਯਿਸੂ ਜੀ ਦੀ ਪਾਤਸ਼ਾਹੀ ਵਿਸ਼ਵਵਿਆਪੀ ਹੋਏਗੀ। ਜਦੋਂ ਅਸੀਂ ਆਉਣ ਵਾਲੇ ਰਾਜੇ ਦੇ ਬਾਰੇ ਜਾਣਿਆ ਤਾਂ ਅਸੀਂ ਮਾਰੇ ਹੋਏ ਪੱਥਰ ਬਾਰੇ ਵੀ ਜਾਣਿਆ। ਇਹ ਮਾਰਿਆ ਗਿਆ ਪੱਥਰ ਕੋਈ ਹੋਰ ਨਹੀਂ ਪਰ ਸਾਡੇ ਲਈ ਮਾਰਿਆ ਕੁੱਟਿਆ ਗਿਆ ਮਸੀਹ ਸੀ। ਇਹ ਪੱਥਰ ਮਸੀਹ ਦੀ ਤਸਵੀਰ ਨੂੰ ਦਰਸਾਉਂਦਾ ਹੈ, ਜੋ ਸਾਡੀਆਂ ਬਰਕਤਾਂ ਅਤੇ ਛੁਟਕਾਰੇ ਦਾ ਕਾਰਨ ਬਣਿਆ। ਇਸ ਤੋਂ ਬਾਅਦ ਅਸੀਂ ਠੇਡਾ ਖਾਣ ਵਾਲੇ ਪੱਥਰ ਦੇ ਬਾਰੇ ਜਾਣਿਆ। ਬਾਈਬਲ ਬਾਣੀ ਦੱਸਦੀ ਹੈ ਕਿ ਜਿਸ ਪੱਥਰ ਨੂੰ ਰਾਜਿਆਂ ਨੇ ਰੱਦਿਆ ਸੋ ਹੀ ਖੂੰਜੇ ਦੇ ਸਿਰੇ ਦਾ ਪੱਥਰ ਹੋ ਗਿਆ। ਇਸ ਤੋਂ ਬਾਅਦ ਅਸੀਂ ਵਿਸ਼ੇਸ਼ ਪੱਥਰ ਅਤੇ ਟੋਟੇ ਕਰਨ ਵਾਲੇ ਪੱਥਰ ਦੇ ਬਾਰੇ ਗੌਰ ਕੀਤਾ। ਇਸ ਤੋਂ ਬਾਅਦ ਅਸੀਂ ਆਉਣ ਵਾਲੇ ਰਾਜ ਦੇ ਬਾਰੇ ਜਾਣਿਆ। ਅਸੀਂ ਇਸ ਰਾਜ ਦੀ ਖੂਬੀਆਂ ਦੇ ਉੱਤੇ ਗੌਰ ਕੀਤਾ। ਅਸੀਂ ਵੇਖਿਆ ਕਿ ਇਹਦੇ ਵਿੱਚ ਇੱਕ ਅਲੌਕਿਕ ਰਾਜ ਦੀ ਖੂਬੀਆਂ ਹਨ। ਇਸ ਦੀ ਦੂਜੀ ਖੂਬੀ ਇੱਕ ਅਚਾਨਕ ਰਾਜ ਆਉਣ ਵਾਲੀ ਹੈ। ਉਮੀਦ ਹੈ ਕਿ ਤੁਹਾਨੂੰ ਸਭਨਾਂ ਨੂੰ ਇਸ ਦਾ ਲਾਭ ਮਿਲਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਇਸ ਦੇ ਬਾਕੀ ਦੇ ਹਿੱਸੇ ਦਾ ਅਧਿਐਨ ਅਸੀਂ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦਾ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਬਰਕਤ ਬਖਸ਼ੀ ਔਰ ਦਾਨੀਏਲ ਨਬੀ ਦੀ ਪੁਸਤਕ ਵਿੱਚੋਂ ਪ੍ਰਭੂ ਜੀ ਬਹੁਤ ਸਾਰੀ ਚੀਜ਼ਾਂ ਨੂੰ ਸਿਖਾਇਆ। ਅੱਜ ਅਸੀਂ ਪਿਤਾ ਪਰਮੇਸ਼ਰ ਯਿਸੂ ਮਸੀਹ ਜੀ ਦੇ ਰਾਜ ਬਾਰੇ ਜਾਣਿਆ ਕਿ ਸੰਸਾਰ ਦੇ ਬਾਕੀ ਸਾਰੇ ਰਾਜ ਅਤੇ ਉਹਨਾਂ ਦੇ ਰਾਜੇ ਆਉਂਦੇ ਜਾਂਦੇ ਰਹਿਣਗੇ, ਉਹਨਾਂ ਦੇ ਰਾਜ ਖਤਮ ਹੋ ਜਾਣਗੇ, ਪਰੰਤੂ ਜਦ ਯਿਸੂ ਮਸੀਹ ਦਾ ਰਾਜ ਆਏਗਾ ਉਹ ਹਮੇਸ਼ਾ ਬਣਿਆ ਰਹੇਗਾ। ਉਹ ਸਥਿਰ ਰਾਜ ਹੋਏਗਾ, ਉਹ ਕਾਮਯਾਬ ਰਾਜ ਹੋਏਗਾ। ਉਸ ਦੀ ਪ੍ਰਜਾ ਉਸ ਵਿੱਚ ਖੁਸ਼ਹਾਲ ਹੋਏਗੀ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਇਸ ਵਚਨ ਵਾਸਤੇ। ਅਸੀਂ ਜਿੰਨੀਆਂ ਵੀ ਗੱਲਾਂ ਅੱਜ ਇਸ ਵਚਨ ਤੋਂ ਸਿੱਖੀਆਂ ਪ੍ਰਭੂ ਜੀ, ਉਹ ਸਾਡੇ ਦਿਲਾਂ ਦੇ ਵਿੱਚ ਨਕਸ਼ ਕਰ ਜਾਣ ਔਰ ਸ਼ੈਤਾਨ ਇਸ ਨੂੰ ਕਿਸੇ ਵੀ ਤਰੀਕੇ ਨਾਲ ਚੁਰਾ ਨਾ ਪਾਏ। ਸਾਨੂੰ ਸਾਰਿਆਂ ਨੂੰ ਤੁਸੀਂ ਆਪਣੀ ਬਰਕਤ ਦਿਓ, ਆਸ਼ੀਸ਼ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗ ਲੈਂਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।